स्टूडेंट्स ਅੱਜ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਟਾਈਪਸ ਆਫ ਇਮਿਊਨਿਟੀ। ਲਾਸਟ ਲੈਕਚਰ 'ਚ ਅਸੀਂ ਇਮਿਊਨਿਟੀ ਉਹਦੀ ਡਿਵੈਲਪਮੈਂਟ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਹੁੰਦੀ ਹੈ ਉਹਦੇ 3 ਵੇਜ਼ ਅਸੀਂ ਡਿਸਕਸ ਕੀਤੇ ਸੀ। ਇਮਿਊਨਿਟੀ ਥਰੂ ਦ ਡਿਸੀਜ਼ਸ ਔਰ ਥਰੂ ਦ ਵੈਕਸੀਨੇਸ਼ਨਸ ਔਰ ਥਰੂ ਦ ਐਂਟੀਟੌਕਸਿਨਸ, ਠੀਕ ਹੈ। ਅਤੇ ਉਸ ਤੋਂ ਬਾਅਦ ਅੱਜ ਅਸੀਂ ਟਾਈਪਸ ਆਫ ਇਮਿਊਨਿਟੀ ਜਿਹੜੀ ਉਹ ਡਿਸਕਸ ਕਰਾਂਗੇ ਕਿ ਦੇਰ ਆਰ ਹਾਊ ਮੈਨੀ ਟਾਈਪਸ ਆਫ ਇਮਿਊਨਿਟੀ ਇਨ ਦ ਹਿਊਮਨ ਬੀਇੰਗਸ ਔਰ ਇਨ ਦ ਐਨੀਮਲਸ, ਕਿ ਜਿਹੜਾ ਉਹ ਆਪਣੇ ਆਪ ਨੂੰ ਬਚਾ ਲੈਂਦੇ ਨੇ। ਕੱਲ੍ਹ ਕਾਫੀ ਵਾਸਟ ਡਿਸਕਸ਼ਨ ਹੋਈ ਇਸ ਬਾਰੇ ਕਿ ਸਾਨੂੰ ਕਿਸ ਕਿਸ ਤਰੀਕੇ ਨਾਲ ਜਿਹੜੀ ਹੈ ਉਹ ਕੋਈ ਬਿਮਾਰੀ ਲੱਗ ਜਾਂਦੀ ਤਾਂ ਸਾਡੀ ਬਾਡੀ ਜਿਹੜੀ ਉਹ ਐਂਟੀਬਾਡੀ ਔਰ ਐਂਟੀਜਨਸ ਦਾ ਜਿਹੜਾ ਸਮੇਲ ਬਣਦਾ ਹੈ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਜਿਹੜੀ ਹੈ ਉਹ ਬਚਾਉਂਦੀ ਹੈ। ਕਿੰਨੇ ਤਰ੍ਹਾਂ ਦੀ ਇਮਿਊਨਿਟੀ ਹੈ ਜਿਹੜੀ ਇਸ ਦੇ ਵਿੱਚ ਕੰਮ ਕਰਦੀ ਹੈ। ਤੁਹਾਡੀ ਬਾਡੀ 'ਚ ਆਲਰੇਡੀ ਹੈਗੀ ਹੈ ਜਾਂ ਤੁਹਾਨੂੰ ਇਮਿਊਨਿਟੀ ਜਿਹੜੀ ਆ ਉਹ ਕਈ ਵਾਰ ਦੇਣੀ ਪੈਂਦੀ, ਕਿਉਂਕਿ ਅਸੀਂ ਆਮ ਹੀ ਸੁਣਦੇ ਹਾਂ ਕਿਸ ਵੇਲੇ ਕਹਿਣਾ ਵੀ ਤੁਸੀਂ ਆਹ ਵਾਲਾ ਕਾੜਾ ਪੀ ਲਓ, ਤੁਸੀਂ ਚਵਨਪ੍ਰਾਸ਼ ਖਾ ਲਓ, ਆਹ ਜੂਸਿਸ ਪੀਓ, ਇਹ ਟੌਨਿਕ ਲਵੋ ਜਿਹਦੇ ਨਾਲ ਤੁਹਾਡੀ ਇਮਿਊਨਿਟੀ ਜਿਹੜੀ ਆ ਉਹ ਸਟਰੋਂਗ ਹੋ ਜਾਵੇ, ਜਾਂ ਤੁਸੀਂ ਤੁਹਾਡੀ ਇਮਿਊਨਿਟੀ ਵੱਧ ਜਾਵੇ, ਜਾਂ ਬੱਚਿਆਂ ਵਿੱਚ ਇਮਿਊਨਿਟੀ ਡਿਵੈਲਪ ਹੋ ਜਾਵੇ। ਇਟ ਮੀਨਸ ਕਈ ਵਾਰੀ ਸਾਨੂੰ ਇਸ ਤਰ੍ਹਾਂ ਸੋਚਣ 'ਚ ਮਜਬੂਰ ਕਰ ਦਿੰਦਾ ਕਿ ਕੋਈ ਇਮਿਊਨਿਟੀ ਸਾਡੇ ਅੰਦਰ ਪਹਿਲਾਂ ਤੋਂ ਨਹੀਂ ਹੈ, ਜਿਹੜੀ ਅਸੀਂ ਇਹ ਚੀਜ਼ ਖਾਵਾਂਗੇ ਜਾਂ ਚੀਜ਼ ਮੈਡੀਸਿਨ ਦੇ ਤੌਰ 'ਤੇ ਲਵਾਂਗੇ ਜਾਂ ਫਿਰ ਵੀ ਸਾਨੂੰ ਜਿਹੜੀ ਇਮਿਊਨਿਟੀ ਜਿਹੜੀ ਉਹ ਮਿਲ ਜਾਏਗੀ। ਸੋ ਇਹਨਾਂ ਚੀਜ਼ਾਂ ਦੇ ਜਿਹੜੇ ਕੁਐਸਚਨਸ ਦੇ ਆਨਸਰ ਨੇ ਉਹ ਸਾਨੂੰ ਇਸ ਟੌਪਿਕ 'ਚੋਂ ਜ਼ਰੂਰ ਮਿਲ ਜਾਣਗੇ। ਸੋ ਲੈਟ ਅਸ start with the new topic, type of immunity. There are two types of immunities. There are two type of immunities. टू टाइप्स ऑफ इम्यूनिटीज़, इनेट और इनबोर्न, और दूसरी है एक्वायर्ड और अडेप्टिव, ठीक है। इन्हों पहले नोट कर लो, देन वी विल स्टार्ट विद द एक्सप्लेनेशन ऑफ दीज टू टॉपिक्स। नंबर फर्स्ट इज इनेट और इनबोर्न इम्यूनिटी। अपने नाम तो ही कुछ क्लियर है, इनबोर्न वर्ड जोड़ा है वो थोड़ा जा कॉमन है, शायद इनर्ट थोड़े लिए कॉमन ना होवे। सो इनेट और इनबोर्न इज़ द सेम थिंग। ਜਿਹੜੀ ਇਮਿਊਨਿਟੀ, ਜਿਸ ਤਰ੍ਹਾਂ ਦੀ ਇਮਿਊਨਿਟੀ ਜਿਹੜੀ ਹੈ ਉਹ ਇਨਸਾਨ ਬਾਏ ਬਰਥ ਲੈ ਕੇ ਜੰਮਦਾ ਹੈ ਉਹਨੂੰ ਅਸੀਂ ਇਨੇਟ ਜਾਂ ਇਨਬੋਰਨ ਇਮਿਊਨਿਟੀ ਕਹਿੰਦੇ ਹਾਂ। ਬਾਏ ਬਰਥ ਮੀਨਸ ਮਾਂ ਦੇ ਪੇਟ 'ਚੋਂ ਮਾਂ ਤੋਂ ਉਹਨੂੰ ਮਿਲ ਜਾਂਦੀ ਹੈ, ਚਾਹੇ ਉਹਦੀ ਮਾਂ ਦੀ ਇਮਿਊਨਿਟੀ ਬਹੁਤ ਵਧੀਆ ਹੋਵੇ ਚਾਹੇ ਨਾ ਹੀ ਹੈਗੀ, ਪਰ ਮਾਂ ਨੇ ਉਹਦੇ ਵਿੱਚ ਕੀ ਟ੍ਰਾਂਜੈਕਟ ਕੀਤਾ ਹੈ, ਉਹਦੇ ਵਿੱਚ DNA ਕਿਸ ਤਰ੍ਹਾਂ ਦਾ ਡਿਵੈਲਪ ਹੋਇਆ ਹੈ, ਉਹ ਬੋਡੀ ਅੰਦਰ ਮਾਂ ਦੇ ਪੇਟ 'ਚ ਕਿਸ ਤਰ੍ਹਾਂ ਦੀ ਬਣੀ ਹੈ, ਉਹਦੀ ਇਮਿਊਨਿਟੀ ਕਿਸ ਤਰ੍ਹਾਂ ਦੀ ਸੀ। ਕਈ ਬੱਚੇ ਜੰਮਦੇ ਹੀ ਬਿਮਾਰ ਸ਼ਮਾਰ ਰਹਿੰਦੇ ਨੇ, ਇਟ ਮੀਨਸ ਉਹਨਾਂ ਦੀ ਜਿਹੜੀ ਇਨੇਟ ਇਮਿਊਨਿਟੀ ਹੈ ਉਹ ਅੱਛੀ ਨਹੀਂ ਰਹਿੰਦੀ। ਔਰ ਕਈ ਬੱਚੇ ਬੜੇ ਤੰਦਰੁਸਤ ਦੇਖਣ ਨੂੰ ਮਿਲਦੇ ਨੇ, ਕਿਉਂਕਿ ਬੱਚੇ ਤੇ ਬੱਚੇ ਹੀ ਨਹੀਂ, ਉਹਨਾਂ ਦਾ ਵੀ ਲਾਈਫ ਸਪੈਨ ਜਿਹੜਾ ਮਦਰ ਵੂਮ 'ਚ ਨਿਕਲਿਆ ਉਹ ਵੀ ਉਨਾ ਹੀ ਸੀਗਾ, ਉਹਦੇ 'ਚ ਵੀ ਉਨਾ ਹੀ ਸੀਗਾ। ਬਟ ਫਿਰ ਵੀ ਡਿਊ ਟੂ ਸਮ ਰੀਜ਼ਨਸ, ਕੋਈ ਰੀਜ਼ਨਸ ਰਹਿ ਚੁੱਕੇ ਹੁੰਦੇ ਆ ਕਿ ਉਹਨਾਂ ਦੇ ਸੈਲਸ ਅੱਛੀ ਤਰ੍ਹਾਂ ਨਹੀਂ ਫਾਰਮੇਸ਼ਨ ਹੁੰਦੀ, ਜਾਂ ਜਦੋਂ ਜ਼ਾਇਗੋਟ ਬਣਦਾ ਉਹਦੇ ਵੇਲੇ ਵੀ ਕੋਈ ਪ੍ਰੋਬਲਮ ਆ ਜਾਂਦੀ, ਜਾਂ ਕੋਈ ਹੋਰ ਵੀ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਮਤਲਬ ਪ੍ਰੈਗਨੈਂਸੀ ਦੇ ਦੌਰਾਨ ਮਦਰ ਨੂੰ ਆ ਜਾਂਦੀਆਂ ਜਾਂ ਬੱਚੇ ਦੇ ਵਿੱਚ ਜਿਹੜੀਆਂ ਡਿਵੈਲਪ ਹੋ ਜਾਂਦੀਆਂ ਉਹ ਉਹਦੀ ਇਮਿਊਨਿਟੀ ਨੂੰ ਬੜਾ ਅਸਰ ਪਾ ਦਿੰਦੇ ਆ। ਸੋ ਲਿਖੋ this type of immunity is inherited by the organism. This type of immunity is inherited by the organism. ਇਹਦੇ ਨਾਲ ਇੱਕ ਵਰਡ ਇਹ ਜ਼ਰੂਰ ਹੈ ਕਿ ਇਹ ਹਮੇਸ਼ਾ ਇਨਹੈਰਿਟਿਡ ਹੁੰਦੀ ਹੈ। ਇਨਹੈਰਿਟਿਡ ਕਿਆ ਮਤਲਬ, ਮਾਂ ਬਾਪ ਤੋਂ ਲਈ ਗਈ ਹੈ। ਇਨਹੈਰਿਟਿਡ ਆਪਣੇ ਆਪ ਨਹੀਂ ਆਈ, ਇਹ ਮਾਂ ਬਾਪ ਤੋਂ ਹੀ ਆਈ ਹੈ। ਮਤਲਬ ਚਾਹੇ ਤੁਸੀਂ ਉਸ ਦੌਰਾਨ ਕੋਈ ਮਿਸਟੇਕ ਹੋ ਗਈ ਜਾਂ ਕੁਛ ਵੀ, ਮਤਲਬ ਬੜਾ ਧਿਆਨ ਰੱਖਿਆ ਜਾਂਦਾ ਇੱਕ ਪ੍ਰੈਗਨੈਂਟ ਵੂਮਨ ਦਾ, तो उस दौरान कोई भी गड़बड़ ਉਹਦੇ ਸਰੀਰ ਵਿੱਚ ਜਾਂ ਉਹਨੂੰ ਉਹਦੇ এনवायरमेंट ਵਿੱਚ ਆ ਜਾਏ ਤੇ ਬੱਚੇ ਦੇ ਅਸਰ ਇਸ ਤਰੀਕੇ ਨਾਲ ਪੈ ਜਾਂਦਾ, ਉਹਦੀ ਇਹ ਚੀਜ਼ਾਂ ਦੇ ਵਿੱਚ ਪ੍ਰੋਬਲਮ ਆ ਜਾਂਦੀ। ਸੋ ਇਟ ਇਜ਼ ਇਨਹੈਰਿਟਡ ਬਾय द ऑर्गेनिज्म, ऑर्गेनिज्म खुद इनहेरिट करता है फ्रॉम द पेरेंट्स एंड प्रोटेक्ट इट फ्रॉम
पेरेंट्स लिखा फुल स्टॉप इतने फुल स्टॉप लगा दो। नेक्स्ट पॉइंट लिखो दिस इम्यूनिटी प्रोटेक्ट्स इट फ्रॉम बर्थ थ्रू आउट लाइफ। सारी उम्र उहदे कोल इम्यूनिटी जरूर रहिंदी है। दिस इम्यूनिटी प्रोटेक्ट्स इट फ्रॉम बर्थ थ्रू आउट लाइफ। नेक्स्ट लिखो इनेट इम्यूनिटी इज अ नॉन स्पेसिफिक टाइप ऑफ innate immunity is non-specific type of ये ਉਹਦੇ ਕਰੈਕਟਰਸ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਜਦੋਂ ਕੋਈ ਗੱਲ ਕਰੇ ਆਮ ਤੌਰ ਤੇ ਮਤਲਬ ਇੱਕ ਦੋ ਲਫ਼ਜ਼ਾਂ ਦੇ ਵਿੱਚ ਕਹਿਣਾ ਹੋਵੇ ਤੇ ਇਨੇਟ ਉਹ ਇਨਹੈਰਿਟਡ ਹੈ ਤੇ ਨਾਨ ਸਪੈਸੀਫਿਕ ਮਤਲਬ ਕਿ ਅਸੀਂ ਪਛਾਣ ਨਹੀਂ ਸਕਦੇ ਉਹਨੂੰ ਕਿ ਇਹਦੇ 'ਚ ਉਹ ਇਹ ਚੀਜ਼ ਹੈਗੀ ਹੈ ਜਾਂ ਨਹੀਂ ਹੈਗੀ। किसी लिए फिक्स नहीं है, किसी हैगी तो किसी नहीं हैगी, किसी वध है किसी घट है, इसका कोई स्पैसिफिक नहीं है। सो इनेट इम्यूनिटी इज नॉन स्पैसिफिक टाइप ऑफ डिफेंस मतलब उसकी रक्षा करने वाला प्रेजेंट सिंस बर्थ शुरू तो ही है जन्मन तो ही है। नॉन स्पैसिफिक टाइप ऑफ डिफेंस प्रेजेंट सिंस बर्थ। नेक्स्ट पॉइंट it is accomplished by providing different types of barriers to the entry of the foreign agents into our body। next point these barriers are चार तरह के बैरियर्स ने। फिजिकल बैरियर तुसीं इहदे नाल बैरियर्स लिखी जाना, दैन फिजियोलॉजिकल बैरियर्स, cellular barriers and cytokinin barriers। फिजिकल, फिजियोलॉजिकल, साइटोकाइन और सेलुलर बैरियर्स। Next, the second type is acquired or the adaptive immunity। acquired and adaptive immunity अपने नाम तो ही थोड़ी जी क्लियर है। अडैप्टिव मतलब असी इहनूं अडैप्ट कीता, acquired मीनस असी इहनूं लिया है। सो ये पहला तो नहीं सी, जो जो असी वड्डे हुंदे रहे बच्चा जिहड़ा वा वो बॉर्न करन तो बाद जो जो दी एज वधदी गई वो बहुत सारी बीमारियां दे संदर्भ विच आया, बहुत सारे तरह के एनवायरनमेंट नूं उहने देखिया उहदी बॉडी नूं। हुण आम तौर पर असी घरां दे विच देखदे हां जो बच्चा बर्थ ले लैंदा तो आम तौर पर मावां या घर के वड्डे कहंदे ऐतकी थोड़ा जिहा बचा के रखना, दी पहली सर्दी है, इहदी पहली गर्मी है। जो मौसम चेंज होंदा है बहुत सारे कंपोनेंट्स जिहड़े ने वो चेंज होंदे ने एनवायरनमेंट दे विच, वो वड्डियां नूं या मतलब मैच्योर्स नूं भी काफ़ी इफेक्ट कर दिंदे ने। बच्चा तो हजे बिल्कुल नवां है, उहदे वास्ते एनवायरनमेंट ही नवां है। सो हो सकता है कि उहदे वास्ते ये नुकसानदायक हो जाए। कई बार एक थां तो दूजी थां ते बच्चे नूं लैके जाना पैंदा, तो उत्थों का एनवायरनमेंट उत्थों की जिहड़ी जलवायु है वो भी उन्होंने परेशान कर सकती है। सो हर तरह की चीज़ां जिहड़ियां ने वो नाल इनकाउंटर होंदा है
ਤੇ ਜੇ ਉਹਦੀ ਬਾਡੀ ਉਹਨੂੰ ਰਿਸਪੌਂਡ ਕਿਸ ਤਰ੍ਹਾਂ ਦਾ ਕਰਦੀ ਹੈ, ਇਟ ਡਿਪੈਂਡਸ ਅਪੋਨ ਦਾ ਟਾਈਮ ਐਂਡ ਸਿਚੁਏਸ਼ਨ। ਅਗਰ ਸਿਚੁਏਸ਼ਨ ਉਹਨੂੰ ਉਹ ਸੰਭਾਲ ਲਿਆ, ਬੈਲੈਂਸ ਕਰ ਗਿਆ ਤਾਂ ਠੀਕ ਹੈ ਜੀ ਬੱਚਾ, ਕੋਈ ਗੱਲ ਨਹੀਂ। ਹੁਣ ਸਿੰਪਲ ਜੀ ਗੱਲ ਹੈਗੀ ਹੈ, ਕਈ ਬੱਚੇ ਜਿਹੜੇ ਆ ਉਹ ਬੜਾ ਅੱਛਾ ਸਫ਼ਰ ਕਰ ਲੈਂਦੇ, ਕਈ ਬੱਚੇ ਸਫ਼ਰ ਹੀ ਨਹੀਂ ਕਰ ਪਾਉਂਦੇ। ਵੋਮਿਟਿੰਗਸ, ਜੀ ਮਤਲਾਣਾ, ਮਤਲਬ ਬਿਮਾਰ ਹੋ ਜਾਣਾ, ਈਵਨ ਕਿ ਇੱਥੋਂ ਤੱਕ ਕਿ ਸਰੀਰ ਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵੀ ਉਹ ਸਫ਼ਰ ਜਿਹੜਾ ਵਾ ਉਹ ਨਹੀਂ ਉਹਨਾਂ ਕੋਲੋਂ ਸੂਟੇਬਲ ਨਹੀਂ ਹੁੰਦਾ। ਸੋ ਇਹ ਵੀ ਇੱਕ ਤਰ੍ਹਾਂ ਦੀ ਇਮਿਊਨਿਟੀ ਹੈ, ਇੱਕ ਤਰ੍ਹਾਂ ਦਾ ਮਤਲਬ ਗੈਪ ਹੈ ਉਹਨਾਂ ਦੀ ਮਤਲਬ ਇਮਿਊਨਿਟੀ ਔਰ ਉਹਨਾਂ ਦੀ ਰੈਜ਼ਿਸਟੈਂਸ ਪਾਵਰ ਦੇ ਵਿੱਚ, ਕਿ ਉਹ ਬੱਚੇ ਉਹਨੂੰ ਰੈਜ਼ਿਸਟ ਨਹੀਂ ਕਰ ਪਾਉਂਦੇ। ਬਹੁਤ ਸਾਰੀਆਂ ਇਹੋ ਚੀਜ਼ਾਂ ਨੇ ਜਿਹੜੀਆਂ ਨਹੀਂ ਪਚਦੀਆਂ, ਜਾਂ ਉੱਥੋਂ ਦਾ ਇਨਵਾਇਰਨਮੈਂਟ ਉਹਨੂੰ ਸੂਟ ਨਹੀਂ ਕਰਦਾ, ਉਹ ਉਹਨੂੰ ਸ਼ਹਿਰ ਛੱਡਣਾ ਪੈ ਜਾਂਦਾ। ਈਵਨ ਕਿ ਕਈ ਵਾਰ ਕਹਿੰਦੇ ਉਹਨੂੰ ਪਾਣੀ ਨਹੀਂ ਸੂਟ ਕੀਤਾ ਉੱਥੋਂ ਦਾ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹਦੇ ਨਾਲ ਤੁਹਾਡੀ ਬਾਡੀ ਜਿਹੜੀ ਹੈ ਉਹ ਲਗਾਤਾਰ ਲੜਦੀ ਰਹਿੰਦੀ ਹੈ, ਅਤੇ ਸ਼ਾਇਦ ਸਾਨੂੰ ਨਹੀਂ ਵੀ ਪਤਾ ਲੱਗਦਾ, ਅਸੀਂ ਬਹੁਤ ਆਪਣੀ ਬਾਡੀ ਨੂੰ ਇਹਨਾਂ ਨਿਗਲੈਕਟ ਕਰ ਦਿੰਦੇ ਵੀ ਇਹ ਹੁੰਦਾ ਹੀ ਹੁੰਦਾ, ਕੋਈ ਗੱਲ ਨਹੀਂ। ਸੋ ਜਿਉਂ ਜਿਉਂ ਏਜ ਵੱਧਦੀ ਜਾਂਦੀ ਹੈ, ਰੈਜ਼ਿਸਟੈਂਸ ਪਾਵਰ ਕਈ ਤਰ੍ਹਾਂ ਦੀ ਤੁਹਾਡੀ ਬਾਡੀ ਖੁਦ ਡਿਵੈਲਪ ਕਰ ਲੈਂਦੀ ਹੈ, ਤੁਹਾਨੂੰ ਪਤਾ ਨਹੀਂ ਲੱਗਦਾ। ਇਹ ਜਿੰਨੀਆਂ ਤਰ੍ਹਾਂ ਦੀ ਪਾਵਰਸ ਖੁਦ ਬਾਡੀ ਡਿਵੈਲਪ ਕਰਦੀ ਹੈ, that are called acquired or adaptive immunities. So write down, uh, this is the kind of immunity, this is the kind of immunity developed by an animal. We are also animals, ठीक है? So developed by an animal in response to a disease। ਇਹ ਸਭ ਤੋਂ ਇੰਪੋਰਟੈਂਟ ਲਾਈਨ ਹੈ, ਹਮੇਸ਼ਾ ਕਿਸੇ ਡਿਸੀਜ਼ ਦੇ ਰਿਸਪੌਂਸ ਤੋਂ ਹੀ ਤੁਹਾਡੀ ਬਾਡੀ ਨੂੰ ਰੈਜ਼ਿਸਟੈਂਸ ਜਿਹੜੀ ਡਿਵੈਲਪ ਹੋਏਗੀ। ਤੁਹਾਨੂੰ ਪਹਿਲੇ ਇੱਕ ਵਾਰੀ ਜ਼ਰੂਰ ਕੋਈ ਨਾ ਕੋਈ ਜ਼ੁਕਾਮ ਖਾਂਸੀ ਲੱਗੇਗੀ, ਉਸ ਤੋਂ ਬਾਅਦ ਤੁਹਾਡਾ ਬਾਡੀ ਜਿਹੜੀ ਉਹ ਡਿਵੈਲਪ ਹੋਏਗੀ। ਚਾਹੇ ਛੋਟੇ ਬੱਚੇ ਤੋਂ ਤੁਸੀਂ ਰਿਗਾਰਡਿੰਗ ਲੈ ਕੇ ਚੱਲੋ, ਛੋਟੇ ਬੱਚੇ ਨੂੰ ਕੀ ਦੋ ਵਾਰੀ ਪਹਿਲੀ ਦੋ ਵਾਰੀ, ਕੋਈ ਬੱਚਾ ਇਹੋ ਜਿਹਾ ਨਹੀਂ ਜਿਹਨੂੰ ਜ਼ੁਕਾਮ ਖਾਂਸੀ ਬੁਖਾਰ ਹੋ ਕੇ ਨਾ ਹਟੇ, ਜਾਂ ਜਿੰਨਾ ਮਰਜ਼ੀ ਉਹਨੂੰ ਬਚਾ ਲੈਣ ਉਹਨੂੰ ਹੋ ਹੀ ਜਾਂਦਾ। ਸੋ ਜੇ ਹੋਏਗਾ ਤਾਂ ਹੀ ਬੈਟਰ ਹੈ, ਉਹਦੀ ਜਿਹੜੀ ਮਤਲਬ ਇਮਿਊਨਿਟੀ ਹੈ ਤਾਂ ਹੀ ਜਿਹੜੀ ਅੰਦਰੋਂ ਡਿਵੈਲਪ ਹੋਏਗੀ। ਅਦਰਵਾਈਜ਼ ਉਹ ਕਹਿੰਦੇ ਨਾ ਵੀ ਕੋਈ ਗੱਲ ਨਹੀਂ, ਛੱਡ ਬੱਚੇ ਨੂੰ, ਕੀ ਪੋਲਾ ਪੋਲਾ ਰੱਖਿਆ ਹੈ ਬੱਚਾ, ਸਾਰੀ ਉਮਰ ਕਿਸ ਤਰ੍ਹਾਂ ਜੀਵੇਗਾ, ਕੀ ਹੋਏਗਾ। ਇਹ ਗੱਲਾਂ ਹੁੰਦੀਆਂ ਕਿ ਜੇ ਉਹਦੀ ਬਾਡੀ ਨੇ ਡਿਵੈਲਪ ਹੀ ਨਾ ਕੀਤਾ ਅੰਦਰੋਂ ਇਮਿਊਨਿਟੀ, ਸੈਲਫ ਇਮਿਊਨਿਟੀ ਡਿਵੈਲਪ, ਕਿੰਨਾ ਚਿਰ ਉਹਨੂੰ ਮਾਂ ਬਾਪ ਦੇ ਮਤਲਬ ਗੋਦੀ ਦੇ ਵਿੱਚ ਲਟਾਈ ਰੱਖਾਂਗੇ, ਕਿੰਨਾ ਚਿਰ ਉਹਨੂੰ ਬਚਾਈ ਰੱਖਾਂਗੇ, ਆਖਿਰ ਤਾਂ ਉਹਨੇ ਬੱਚੇ ਨੇ ਬਾਹਰ ਨਿਕਲਣਾ ਹੀ ਹੈ ਨਾ। ਸੋ ਜੇ ਉਹ ਪਹਿਲਾਂ ਹੀ ਥੋੜ੍ਹਾ ਜਿਹਾ ਡਿਵੈਲਪ ਹੋਣਾ ਸ਼ੁਰੂ ਹੋ ਜਾਏਗਾ, ਵਧੀਆ ਉਹਦੀ ਪਾਵਰ ਜਿਹੜੀ ਉਹ ਡਿਵੈਲਪ ਹੋ ਜਾਏਗੀ, ਤਾਂ ਉਹਨੂੰ ਮਤਲਬ ਐਗਜ਼ਿਸਟ ਕਰਨਾ ਲਾਈਫ ਦੇ ਵਿੱਚ ਜਿਹੜਾ ਉਹ ਈਜ਼ੀ ਹੋ ਜਾਏਗਾ। So in response to a disease caused by infection of microbes, caused by the infection of microbes, caused by the infection of microbes। ਹੁਣ ਇਹਦੇ ਲਈ ਦੋ ਲਾਈਨਾਂ ਇਹ ਆ ਗਈਆਂ, it is developed, ਉਹ ਇਨਹੈਰੀਟਡ ਸੀਗਾ, ਇਟ ਇਜ਼ ਡਿਵੈਲਪਡ, ਠੀਕ ਹੈ। ਤੇ ਇਹਦੇ ਲਈ ਆ ਗਈ ਸਪੈਸੀਫਿਕ, ਇਟ ਇਜ਼, ਇਹਨੂੰ ਪਤਾ ਲਗਾਇਆ ਜਾ ਸਕਦਾ ਹੈ। ਇਟ ਇਜ਼ ਸਪੈਸੀਫਿਕ ਐਂਡ ਨੈਕਸਟ ਪੁਆਇੰਟ ਹੈ, ਧਿਆਨ ਨਾਲ ਲਿਖਣਾ, ਇਹ ਥੋੜੀ ਟਫ ਹੈ ਉਹਦੇ ਨਾਲੋਂ, ਮਤਲਬ ਇਹਦੀ ਭਾਸ਼ਾ ਵੀ ਇਨੇਟ ਇਮਿਊਨਿਟੀ ਦਾ ਬਸ ਛੋਟਾ ਜਿਹਾ ਰੋਲ ਸੀਗਾ ਕਿ ਉਹ ਆ ਗਈ ਤੁਹਾਡੇ ਕੋਲ ਬਾਡੀ ਦੇ ਵਿੱਚ, ਇਹਨੂੰ ਅਸੀਂ ਐਕਸਪਲੇਨ ਕਰਨਾ ਹੈ ਕਾਫੀ। ਸੋ ਇਟ ਇਜ਼ ਰਦਰ ਮਚ ਥੋੜਾ ਡਿਫੀਕਲਟ ਹੈ ਉਹਦੇ ਨਾਲੋਂ। ਇਟ ਇਜ਼ ਸਪੈਸੀਫਿਕ ਐਂਡ ਇਜ਼ ਮੀਡੀਏਟਡ, ਕਿਹਦੇ ਦੁਆਰਾ ਆਉਂਦੀ ਹੈ, ਇਟ ਇਜ਼ ਮੀਡੀਏਟਡ, MEDIATED, ਮੀਡੀਏਟਡ ਬਾਏ ਦ ਐਂਟੀਬੋਡੀਜ਼, ਬਾਏ ਦ ਐਂਟੀਬੋਡੀਜ਼ ਔਰ ਲਿम्फॉइड सेल्स। ये याद रखना है, एंटीबॉडीज का अदर नाम आ गया लिम्फॉइड सेल्स। एंटीबॉडीज और लिम्फॉइड सेल्स। विच मेक्स द एंटीजेंस, कल भी गल हुई सी, एंटीजन बाहरों आते हैं तो एंटीबॉडीज अंदर आती हैं। सो विच मेक्स द एंटीजेंस इनएक्टिव और हार्मलैस, उन्होंने इनएक्टिव कर दिंदा और या नुकसान नहीं पहुँचा दिंदा। विच कॉज द एंटीजेंस इनएक्टिव और हार्मलैस। नेक्स्ट पॉइंट, it also prevents
it also prevents the further attack of disease in future. It also prevents the further attack of disease in future. Full stop. Next point, the acquired immunity lasts lasts for last मतलब end तक जाना, ठीक है, रहती है, last for the whole life in case of certain diseases. कुछ diseases ਲਈ ਤੇ ਸਾਰੀ ਉਮਰ ਕੰਮ ਕਰਦੀ ਹੈ, for the whole life in case of certain diseases, and for a few years in case of other diseases. Next point, ਹੁਣ ਕੱਲ ਇੱਕ ਗੱਲ ਕੀਤੀ ਸੀ ਕਿ ਜਦੋਂ ਇੱਕ ਵਾਰੀ ਇਮਿਊਨਿਟੀ ਮਤਲਬ ਜਦੋਂ ਡਿਵੈਲਪ ਹੋਈ, ਕੋਈ ਐਂਟੀਬਾਡੀਜ਼ ਔਰ ਐਂਟੀਜੈਨਸ ਜਿਹੜੇ ਆਪਸ ਵਿੱਚ ਲੜੇ, ਐਂਟੀਜੈਨਸ ਨੂੰ ਦੂਰ ਕਰਨ ਲਈ, ਔਰ ਐਂਟੀਬਾਡੀਜ਼ ਡਿਵੈਲਪ ਹੋ ਗਈਆਂ, ਜਿਹੜੀਆਂ ਇੱਕ ਵਾਰੀ ਐਂਟੀਬਾਡੀਜ਼ ਡਿਵੈਲਪ ਹੋ ਗਈਆਂ ਉਹ ਕੀ ਬਣ ਗਈਆਂ, ਮੈਮਰੀ ਸੈਲਸ। ਕੀ ਬਣ ਗਈਆਂ, ਇਹ ਕੱਲ ਵਰਡ ਆਇਆ ਸੀ ਜਦੋਂ ਹੁਣ ਧਿਆਨ ਹੋਵੇ, ਧਿਆਨ ਨੋਟਸ ਦੇ ਵਿੱਚ ਦੇਖਿਆ ਹੋਵੇ। ਸੋ ਮੈਮਰੀ ਮੀਨਸ ਉਹਨੂੰ ਯਾਦ ਕਰਨ ਲਈ ਰੱਖ ਲਿਆ ਉਹਨੇ ਕਿ ਦੁਬਾਰਾ ਕਦੀ ਇਹੋ ਜਿਹਾ ਅਟੈਕ ਹੋਵੇ ਤਾਂ ਫਿਰ ਉਹੋ ਜਿਹੀ ਮੈਮਰੀਜ਼ ਜਿਹੜੀਆਂ ਨੇ ਉਹ ਡਿਵੈਲਪ ਹੋ ਜਾਣ ਅਤੇ ਮਤਲਬ ਉਹ ਉਹਦੇ ਨਾਲ ਲੜਨ ਲਈ ਤਿਆਰ ਹੋ ਜਾਏ। ਸੋ ਲਿਖੋ, the memory cells formed by B, capital B आएगा, capital B and capital T cells, ਇਹਦੇ ਚ ਬਾਰ ਬਾਰ यूज होने ਇਸ ਕਰਕੇ ਥੋੜਾ ਜਿਹਾ ਧਿਆਨ ਨਾਲ, capital B and capital T, capital ਨਾ ਨਾਲ ਲਿਖਣਾ, ਮਤਲਬ capital word बनाना है ना, हाँ, capital B and capital T ਦੇ ਵਿੱਚ ਲਿਖ ਕੇ cells are the basis of acquired immunity। ਇਹਨਾਂ B ਤੇ T cells ਦੇ ਕਾਰਨ ਹੀ ਸਾਰੀ acquired immunity ਜਿਹੜੀ ਅਸੀਂ ਡਿਸਕਸ ਕਰਨੀ ਹੈ। ਸੋ ਦੁਬਾਰਾ ਮੈਂ ਰਿਪੀਟ ਕਰ ਦਿੰਦਾ, the memory cells formed by B and T cells are the basis of acquired immunity। Next point, they have long lives and provide antibodies and killer T cells, kill करना, killer, provide antibodies and killer T cells, दो तरह ਦੀਆਂ ਚੀਜ਼ਾਂ प्रोवाइड करवाता है, antibodies और killer T cells। कैपिटल T है यूज होना, जिथे भी यूज होना, स्मॉल t नहीं यूज करना थे। killer T cells in subsequent infections, Next point, the acquired immunity is further of two types. It's further of two types. Further of two types, active and passive, ठीक है, active immunity and passive immunity। अपने नाम तो ही क्लियर है, जड़ी इम्यूनिटी ऑन द स्पॉट रिएक्शन देंदी है और जड़ी होली होली रिएक्शन देंदी है, ठीक है। सो एक्टिव एंड पैसिव इम्यूनिटी, लिखो जी एक्टिव इम्यूनिटी बारे, व्हाट इज एक्टिव इम्यूनिटी। when an organism's
when an organisms ਨਾਲ apostrophe s on cells OWN on cells organism ਦੇ ਆਪਣੇ cells produce antibodies ਉਹ ਆਪਣੀ antibodies produce ਕਰਨ ਲੱਗ ਪੈਂਦੇ ਨੇ when an organisms on cell produce antibodies full stop it develops when a person suffers from it develops when a person suffers from a disease and gets vaccination for a disease and gets a vaccination for a disease full stop. The second one is the passive immunity. Passive immunity when antibodies are produced in other organism when antibodies are produced in other organisms are injected into a person are injected into a person who already has a potential antigen in his body full stop. Passive immunity has the advantage next point passive immunity has the advantage of providing immediate relief that's enough for today class बस कल ਅਸੀਂ न्यू टॉपिक स्टार्ट करेंगे इन्फेंट इम्यूनिटी बारे ठीक है ओके